ਪ੍ਰਦੀਪ ਕੌਰ ਪੰਜਾਬੀ ਮਿਸਟਰੈਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਅੱਜ ਆਪਾਂ ਪੜਾਂਗੇ 9ਵੀਂ ਜਮਾਤ ਦੀ ਵੰਨਗੀ ਪੁਸਤਕ ਦੀ ਕਹਾਣੀ ਕੱਲੋ। ਕੱਲੋ ਨਾਨਕ ਸਿੰਘ ਦੀ ਲਿਖੀ ਹੋਈ ਕਹਾਣੀ ਹੈ। ਬੱਚਿਓ, ਨਾਨਕ ਸਿੰਘ ਪੰਜਾਬੀ ਦਾ ਇੱਕ ਅਜਿਹਾ ਸਾਹਿਤਕਾਰ ਹੈ ਜਿਸ ਨੇ ਕਵਿਤਾਵਾਂ ਵੀ ਲਿਖੀਆਂ, ਕਹਾਣੀਆਂ ਵੀ ਲਿਖੀਆਂ ਅਤੇ ਨਾਵਲ ਵੀ ਲਿਖੇ। ਨਾਨਕ ਸਿੰਘ ਦਾ ਮੁੱਢਲਾ ਜੀਵਨ ਗਰੀਬੀ ਵਿੱਚ ਹੀ ਬੀਤਿਆ, ਜਿਸ ਕਰਕੇ ਉਹ ਸਿਰਫ 5ਵੀਂ ਜਮਾਤ ਤੱਕ ਹੀ ਪੜ੍ਹ ਸਕੇ। ਉਹਨਾਂ ਦੀਆਂ ਰਚਨਾਵਾਂ ਦਾ ਵਿਸ਼ਾ ਵੀ ਸਮਾਜ ਸੁਧਾਰਕ ਹੀ ਰਿਹਾ। ਇਹ ਕਹਾਣੀ ਉਹਨਾਂ ਦੇ ਅਸਲੀ ਜ਼ਿੰਦਗੀ ਦੀ ਕਹਾਣੀ ਹੈ, ਜਦੋਂ ਉਹ ਧਰਮਸ਼ਾਲਾ ਵਿਖੇ ਮੈਕਲੋਡਗੰਜ ਵਿੱਚ ਕਾਗਤਾਂ ਦੀ ਬੇੜੀ ਨਾਵਲ ਲਿਖਣ ਗਏ ਹੋਏ ਸੀ। ਕੱਲੋ ਕਹਾਣੀ ਨਾਨਕ ਸਿੰਘ ਦੀ ਬਿਹਤਰੀਨ ਕਹਾਣੀ ਹੈ। ਇਸ ਕਹਾਣੀ ਨੂੰ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਟੀਵੀ 'ਤੇ ਵੀ ਸਫਲਤਾ ਸਹਿਤ ਦਿਖਾਇਆ ਜਾ ਚੁੱਕਿਆ ਹੈ। ਇਸ ਕਹਾਣੀ ਵਿੱਚ ਸਿਰਫ 2 ਹੀ ਪਾਤਰ ਹਨ, ਲੇਖਕ ਆਪ ਅਤੇ ਦੂਜੀ ਕੱਲੋ, ਜੋ ਜਮਾਦਾਰਨੀ ਹੈ। ਕੱਲੋ ਨੂੰ ਉਹ ਆਪਣੀ ਭੈਣ ਸਮਝਦਾ ਹੈ। ਉਸਦੇ ਸਮਾਜਿਕ ਜੀਵਨ ਨੂੰ ਦੇਖ ਕੇ ਉਹ ਬਹੁਤ ਦੁਖੀ ਹੁੰਦਾ ਹੈ। ਕਹਾਣੀਕਾਰ ਲਿਖਦਾ ਹੈ ਕਿ ਕੱਲੋ ਵਿਚਾਰੀ ਸਾਰਾ ਦਿਨ ਸਫਾਈ ਕਰਦੀ ਹੈ ਅਤੇ ਕੂੜੇ ਨਾਲ ਲੱਦੀ ਰਹਿੰਦੀ ਹੈ। ਬਦਲੇ ਵਿੱਚ ਉਸਨੂੰ ਘਿਰਨਾ, ਝਿੜਕਾਂ, ਗਾਲਾਂ ਅਤੇ ਕਦੇ-ਕਦੇ ਛਿੱਤਰ ਪੌਲਾ ਵੀ ਮਿਲਦਾ ਹੈ। ਸ਼ਾਇਦ ਇਸੇ ਕਰਕੇ ਉਹ ਘਿਰਨਾ ਦਾ ਪਾਤਰ ਬਣ ਗਈ ਹੈ। ਉਸ ਨਾਲ ਇੰਨਾ ਕੁਝ ਵਾਪਰਨ ਦੇ ਬਾਵਜੂਦ ਉਸਦਾ ਦਿਲ ਕਿੰਨਾ ਸੋਹਣਾ ਅਤੇ ਕਿੰਨਾ ਕੋਮਲ ਹੈ। ਲੇਖਕ ਸੋਚਦਾ ਹੈ ਕਿ ਕਾਸ਼ ਕੱਲੋ ਸੱਚਮੁੱਚ ਉਸਦੀ ਭੈਣ ਹੁੰਦੀ। ਲੇਖਕ ਕੱਲੋ ਵੱਲੋਂ ਦਿੱਤੇ ਤੋਹਫੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲੈਂਦਾ ਹੈ ਤਾਂ ਕੱਲੋ ਦੀ ਖੁਸ਼ੀ ਦੂਣੀ ਚੌਣੀ ਹੋ ਜਾਂਦੀ ਹੈ। ਲੇਖਕ ਦੀ ਕੱਲੋ ਨਾਲ ਪ੍ਰਗਟਾਈ ਡੂੰਘੀ ਹਮਦਰਦੀ ਮਾਨਵੀ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ। ਬੱਚਿਓ, ਕਹਾਣੀ ਪੜ੍ਹਨ ਤੋਂ ਪਹਿਲਾਂ ਆਪਾਂ ਔਖੇ ਸ਼ਬਦਾਂ ਦੇ ਅਰਥ ਪੜ੍ਹਾਂਗੇ ਤਾਂ ਜੋ ਕਹਾਣੀ ਚੰਗੀ ਤਰ੍ਹਾਂ ਸਮਝ ਆ ਜਾਵੇ। ਗੋਤਿਆਂ ਵਿੱਚ, ਸੋਚਾਂ ਵਿੱਚ। 1.25 ਲੱਖ, ਇੱਕ ਜਾਂ ਇਕੱਲਾ ਤੋਂ ਭਾਵ ਦਿੱਕਤ, ਔਕੜ, ਮੁਸੀਬਤ, ਆਡਾ, ਝਗੜਾ, ਬੱਦੋਗਿਰੀ, ਬੰਨਣ, ਅਣੀ, ਤਿੱਖੀ ਨੋਕ, ਚੁੰਝ ਜਾਂ ਕਿਨਾਰਾ, ਨੌਲਿਆ, ਗਾਲੀਆਂ ਦੇਣਾ, ਟੰਗਾਰ, ਨਖਰਾ, ਮਿਜ਼ਾਜ, ਕੂਚੀ, ਝਾੜੂ ਤੋਂ ਮਤਲਬ ਹੈ ਇੱਥੇ, ਮਨਹੂਸ, ਨਹਿਸ਼, ਭੈੜੀ, ਆਵਾਜ਼ਾਰ, ਦੁਖੀ, ਅੱਕਿਆ ਹੋਇਆ, ਕਲੈਣੀ, ਝਗੜਾਲੂ, ਲੜਾਕੀ, ਮਹੀਨ ਮਹੀਨ, ਬਰੀਕ ਬਰੀਕ, ਕੁਰਖਤ, ਰੁੱਖਾ, ਤਮਾਮ, ਸਾਰਾ, ਦਰੋਗਾ, ਗਲੀ ਬਾਜ਼ਾਰ ਦੀ ਸਫਾਈ ਕਰਨ ਵਾਲਿਆਂ ਦਾ ਨਿਗਰਾਨ। ਹੁਣ ਕਹਾਣੀ ਕੱਲੋ। ਸਨ 1936 ਦਾ ਜ਼ਿਕਰ ਹੈ। ਉਸ ਸਾਲ ਮੈਂ ਜਿਸ ਨਾਵਲ ਦੀ ਰਚਨਾ ਆਪਣੇ ਦਿਮਾਗ ਵਿੱਚ ਰਚੀ ਉਸ ਦਾ ਨਾਂ ਸੀ ਕਾਗਤਾਂ ਦੀ ਬੇੜੀ। ਤੇ ਜਦੋਂ ਇਸ ਨੂੰ ਲਿਖਣ ਲਈ ਮੈਨੂੰ ਪਹਾੜ ਜਾਣ ਦੀ ਲੋੜ ਜਾਪੀ ਤਾਂ ਦਿਲ ਕੁਝ ਗੋਤਿਆਂ ਵਿੱਚ ਪੈ ਗਿਆ। ਖਿੱਸਾ ਐਤਕੀ ਇਜਾਜ਼ਤ ਨਹੀਂ ਸੀ ਦੇ ਰਿਹਾ, ਸੋ ਮੈਂ ਮਨ ਮਾਰ ਕੇ ਘਰ ਵਿੱਚ ਹੀ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ। ਅਖੀਰ ਕਿਸੇ ਤਰ੍ਹਾਂ ਔਖਾ ਸੁਖਾਲਾ ਹੋ ਕੇ ਥੋੜ੍ਹੀ ਜਿਹੀ ਰਕਮ ਦਾ ਪ੍ਰਬੰਧ ਕਰ ਹੀ ਲਿਆ ਤੇ 6 ਜੁਲਾਈ ਸਨ 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਚੜ੍ਹਿਆ। ਕਈਆਂ ਸਾਲਾਂ ਤੋਂ ਅੱਪਰ ਧਰਮਸ਼ਾਲਾ ਦੇ ਇੱਕ ਰਮਣੀਕ ਥਾਂ ਮੈਕਲੋਡਗੰਜ ਡੇਰਾ ਕਰਦਾ ਹੁੰਦਾ ਸੀ, ਪਰ ਐਤਕੀ ਬਟੂਏ ਦਾ ਵਜ਼ਨ ਕੁਝ ਹੌਲਾ ਵੇਖ ਕੇ ਮੈਂ ਮਕਾਨ ਦਾ ਕਿਰਾਇਆ ਬਚਾ ਲਿਆ ਤੇ ਕੋਤਵਾਲੀ ਬਾਜ਼ਾਰ ਵਿੱਚ ਆਪਣੇ ਇੱਕ ਰਾਮਗੜੀਆ ਦੋਸਤ ਪਰ ਜਾ ਉਤਰਿਆ। ਉਸ ਦਾ ਘਰ ਇੱਕ ਗੁੰਮਨਾਮ ਜਿਹੇ ਮੁਹੱਲੇ ਵਿੱਚ ਸੀ, ਜਿੱਥੇ ਬਹੁਤੇ ਘਰ ਪੰਜਾਬੀਆਂ ਦੇ ਤੇ ਕੁਝ ਥੋੜ੍ਹੇ ਜਿਹੇ ਦਿੱਲੀ ਵਾਲੇ ਬਾਣੀਆਂ ਦੇ ਸਨ। ਮੇਰਾ ਮਿੱਤਰ ਆਪਣੇ ਛੋਟੇ ਜਿਹੇ ਮਕਾਨ ਵਿੱਚ 1.25 ਲੱਖ ਹੀ ਸੀ, ਜਿਹੜਾ ਦਿਨ ਚੜ੍ਹਦੇ ਪਕਾ ਕੇ ਖਾ ਕੇ ਕੰਮ ਤੇ ਚਲਾ ਜਾਂਦਾ ਤੇ ਸ਼ਾਮੀ ਪਰਤਦਾ ਸੀ। ਮੈਕਲੋਡਗੰਜ ਵਰਗੀ ਨਾ ਤਾਂ ਇੱਥੇ ਇਕਾਂਤ ਸੀ, ਨਾ ਹੀ ਕੋਈ ਸੀਨਰੀ। ਉਂਝ ਮੌਸਮ ਸੋਹਣਾ ਤੇ ਮੇਰੀ ਸਿਹਤ ਵੀ ਕਾਫੀ ਚੰਗੀ ਸੀ
ਜਿਸ ਕਰਕੇ ਲਿਖਣ ਵਿੱਚ ਚੰਗਾ ਸੁਰਤਾਲ ਜੁੜ ਗਿਆ। ਗੁਆਂਢੀ ਬੱਚਿਆਂ ਦਾ ਰੌਲਾ ਜ਼ਰੂਰ ਕਿਸੇ ਕਿਸੇ ਵੇਲੇ ਅੱਖਰ ਦਾ ਸੀ, ਪਰ ਉਸ ਤਰ੍ਹਾਂ ਬੇਆਰਾਮੀ ਨਹੀਂ ਸਾਂ ਮਹਿਸੂਸ ਕਰਦਾ ਜਿਹੋ ਜਿਹੀ ਘਰ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਦੇ ਰੌਲੇ ਦੀ, ਕਿਉਂਕਿ ਇੱਥੋਂ ਦੇ ਬੱਚੇ ਨਾ ਤਾਂ ਸਕੂਲ ਜਾਣ ਵੇਲੇ ਮੈਥੋਂ ਫੀਸ, ਕਿਤਾਬਾਂ ਜਾਂ ਸਿਆਹੀ ਲਈ ਪੈਸੇ ਮੰਗਦੇ ਸਨ, ਨਾ ਹੀ ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਦੇ ਸਕੂਲ ਜਾਣ ਵਿੱਚ ਦੇਰ ਹੋ ਰਹੀ ਹੈ। ਪਰ ਮੇਰੇ ਰਸਤੇ ਵਿੱਚ ਇੱਕ ਐਸੀ ਦਿੱਕਤ ਆ ਪੈਦਾ ਹੋਈ ਜਿਸ ਦਾ ਕੋਈ ਵੀ ਇਲਾਜ ਨਹੀਂ ਸੀ ਦਿਸਦਾ। ਇੱਕ ਮੁਟਿਆਰ ਜਿਹੀ ਜਮਾਦਾਰਨੀ ਰੋਜ਼ ਹੀ 2 ਵੇਲੇ ਮੁਹੱਲੇ ਵਿੱਚ ਆ ਧਮਕਦੀ, ਤੇ ਜਿੰਨਾ ਚਿਰ ਮੌਜੂਦ ਰਹਿੰਦੀ ਨਾ ਉਸ ਦੀ ਨਾ ਹੀ ਮੁਹੱਲੇ ਵਾਲਿਆਂ ਦੀ ਜ਼ੁਬਾਨ ਮੂੰਹ ਵਿੱਚ ਟਿਕਦੀ। ਕਦੀ ਇੱਕ ਨਾਲ, ਕਦੀ ਦੂਜੀ ਨਾਲ ਤੇ ਕਦੀ ਤੀਜੀ ਨਾਲ ਉਸ ਦਾ ਆਡਾ ਲੱਗਿਆ ਰਹਿੰਦਾ। ਉਹ ਅੱਤ ਦਰਜੇ ਦੀ ਢੀਠ ਤੇ ਮੂੰਹ ਫੱਟ ਸੀ। ਇੱਕ ਦੇ ਬੂਹੇ ਅੱਗੋਂ ਕੂੜਾ ਹੂੰਝ ਕੇ ਕਿਸੇ ਦੂਸਰੇ ਦੇ ਘਰ ਜਾ ਢੇਰੀ ਕਰਦੀ, ਜਿਸ ਕਰਕੇ ਮੇਰੇ ਨਾਵਲ ਵਾਂਗ ਉਸ ਦੀ ਲੜਾਈ ਦਾ ਕੋਈ ਨਾ ਕੋਈ ਕਾਂਡ ਹਰ ਵੇਲੇ ਸ਼ੁਰੂ ਹੀ ਰਹਿੰਦਾ ਸੀ। ਇਸ ਤਰ੍ਹਾਂ ਸੜੀ ਲੂਸੀ ਦਿਖਾਈ ਦਿੰਦੀ ਜਿਵੇਂ ਹਰ ਸਾਹਮਣੇ ਆਉਣ ਵਾਲਿਆਂ ਨੂੰ ਕੱਚਿਆਂ ਹੀ ਚੱਬ ਜਾਵੇਗੀ। ਬੇਦਿਲੀ ਤੇ ਬੱਦੋਗਿਰੀ ਜਿਹੀ ਦੀ ਹਾਲਤ ਵਿੱਚ ਝਾੜੂ ਦੀਆਂ ਤੀਲੀਆਂ ਜ਼ਮੀਨ ਤੇ ਘੜੀਸੀ ਜਾਂਦੀ ਤੇ ਨਾਲੋਂ ਨਾਲ ਬੁੜਬੜਾਈ ਜਾਂਦੀ, ਜਾने कैसी अंधी औरतें हैं, कचरा फेंक कर गले तक ढेर लगा देती हैं, भाड़ में जाएं, सारे दिन की नौकर थोड़े ही हूँ, बच्चों को जगह जगह बिठाई देती है। बदले विच झट जवाबी हमले शुरू हो जाते। खसम नूं खाने किड्डी फिट गई है, रंडीए जबान खिंच लो जे मुड़ के मेरे नियाणिਆਂ ਨੂੰ नौ लिया, हड्ड हराम औंतरी पैसे लैन वेले अगेती आ मरदी है, दिन तिहार नूं भी वखरा बूथा साड़ीदा, फिर भी सत्ती पीढ़ी हगाणी का टंगार नहीं पैंदा, हर वेले सड़ों सड़ों करती रहती है। कोई किन्ना ही उसनूं बोली जावे, चिल्लाई जावे, उसदे मत्थे दियां त्यूड़ियां कदे सिद्धियां नहीं सन हुंदियां। ना ही उसनूं इस गल दी परवाह सी कि कौन उसनूं की कह रहा। कोई 1000 रुपया कुके, कल्लो मेरा कोठा ला जा, कल्लो कई दिनां तो तू साडी नाली नहीं कूची फेड़ी, नाली विच कूची नहीं फेरी, बो नाल नक पाटन आया होया जी, कल्लो आ ढेरियां तो बूहो अगे चुक लै। पर कल्लो नूं जिवें पता ही नहीं सी कौन कुत्ता भौंकी जांदा। उसने जो कुछ करना अपनी मर्जी नाल ही करदी सी, किसे दा आख्या मन्नण दी जिवें उसने सौं खाधी हुई सी। उसदे इसे ढीठपने तो चिड़ के सारा मुहल्ला उसदे गल पैंदा रहिंदा सी, ते जवाब विच कल्लो एक दियां 4 ना सुना लवे, उसनूं चैन कित्थे। पता नहीं वो किहड़ी मिट्टी दी घड़ी हुई सी कि ना तां लोकां दीयां गालां तो छित्थी पैंदी, ना ही बुड़-बुड़ करनों टलदी। जिवें गालां खाणियां ते बुड़-बुड़ करना ਉਹ ਉਸਦੇ ਨਿਤਨੇਮ ਵਿੱਚ ਸ਼ਾਮਲ ਸੀ, ਜਿਵੇਂ ਉਸਦੀ ਇਸ ਰੋਜ਼ਾਨਾ ਕਾਰ ਵਿੱਚ ਕੁਝ ਵੀ ਓਪਰਾਪਨ ਨਹੀਂ ਸੀ। ਕੇਵਲ ਇਹੋ ਹੀ ਨਹੀਂ, ਮੈਨੂੰ ਉਸਦੇ ਕਲਾ ਕਲੇਸ਼ ਤੋਂ ਖਿੱਝ ਸੀ। ਉਸਦੀ ਸ਼ਕਲ ਵੀ ਬੜੀ ਮਨਹੂਸ ਜਾਪਦੀ ਸੀ, ਇੰਨੀ ਮਨਹੂਸ ਕਿ ਵੇਖ ਕੇ ਮੈਨੂੰ ਡਰ ਵੀ ਆਉਣ ਲੱਗ ਪੈਂਦਾ ਸੀ ਤੇ ਗੁੱਸਾ ਵੀ। ਉਸਦੇ ਚਿਹਰੇ ਉੱਤੇ ਭਾਵੇਂ ਬਦਸੂਰਤੀ ਦਾ ਕੋਈ ਚਿੰਨ੍ਹ ਨਹੀਂ ਸੀ। ਉਮਰ ਵੀ ਉਹੀ ਸੀ ਜਿਸ ਉਮਰੇ ਕਹਿੰਦੇ ਆ ਖੋਤੀ ਉੱਤੇ ਵੀ ਹੁਸਨ ਆ ਜਾਂਦਾ, ਅਰਥਾਤ ਭਰ ਜਵਾਨੀ ਦੀ। ਫਿਰ ਵੀ ਪਤਾ ਨਹੀਂ ਕਿਉਂ ਉਹ ਸਾਰਿਆਂ ਨੂੰ ਭੈੜੀ ਲੱਗਦੀ ਸੀ ਤੇ ਸਭ ਤੋਂ ਬਹੁਤੀ ਮੈਨੂੰ। ਬਹੁਤ ਹੀ ਆਵਾਜ਼ਾਰ ਹੋ ਗਿਆ ਮੈਂ। ਇਸ ਮੁਸੀਬਤ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਛਿੱਕੜ ਫੈਸਲਾ ਕੀਤਾ ਕਿ ਪ੍ਰਭਾਤ ਵੇਲੇ ਉੱਠ ਕੇ ਕੰਮ ਕਰਿਆ ਕਰਾਂ ਤੇ ਉਸ ਕਲੈਣੀ ਦੇ ਆਉਣ ਤੋਂ ਪਹਿਲਾਂ ਮੁਕਾ ਲਿਆ ਕਰਾਂ। ਸੋ ਇਦਾਂ ਹੀ ਸ਼ੁਰੂ ਕੀਤਾ। ਪਰ ਪਤਾ ਨਹੀਂ ਮੈਨੂੰ ਭੁਲੇਖਾ ਸੀ ਜਾਂ ਸੱਚਮੁੱਚ ਇਹੋ ਗੱਲ ਸੀ। ਮੈਨੂੰ ਜਾਪਿਆ ਜਿਵੇਂ ਕੱਲੋ ਵੀ ਪਹਿਲਾਂ ਨਾਲ ਉਸ ਵਕਤ ਆਉਣ ਲੱਗ ਪਈ। ਲਿਖਣ ਦੇ ਸੰਬੰਧ ਵਿੱਚ ਮੇਰੀ ਇੱਕ ਆਦਤ ਬੜੀ ਚੰਦਰੀ ਹੈ ਕਿ ਜੇ ਲਿਖਦਿਆਂ ਰਤਾ ਕੋ ਮੂਡ ਖਰਾਬ ਹੋ ਜਾਵੇ, ਭਾਵੇਂ 1000 ਕੋਸ਼ਿਸ਼ ਕਰਾਂ, ਸਾਰਾ ਦਿਨ ਮੈਂ ਕੁਝ ਨਹੀਂ ਲਿਖ ਸਕਦਾ। ਅਖੀਰ ਲਾਚਾਰ ਹੋ ਕੇ ਮੈਂ ਫੈਸਲਾ ਕਰ ਲਿਆ ਕਿ ਇੱਥੋਂ ਡੇਰਾ ਚੁੱਕਿਆ ਜਾਵੇ, ਭਾਵੇਂ ਮਸਾਣਾ ਦੀ ਬਰਾਦਰੀ ਵਿੱਚ ਹੀ ਕਿਉਂ ਨਾ ਜਾ ਕੇ ਰਹਿਣਾ ਪਵੇ। ਸਵੱਬ ਨਾਲ ਅਗਲੇ ਦਿਨ ਹੀ ਰਾਤੀ ਮੈਂ ਇਹੋ ਫੈਸਲਾ ਕਰਕੇ ਸੁੱਤਾ ਕਿ ਦਿਨ ਚੜ੍ਹਦੇ ਹੀ ਮੈਂ ਆਪਣਾ ਬੋਰੀਆ ਬਿਸਤਰਾ ਇੱਥੋਂ ਚੁੱਕ ਲੈ ਜਾਵਾਂਗਾ। ਪਰ ਦੂਜੇ ਦਿਨ ਸਵੇਰ ਤੋਂ ਹੀ ਬਾਰਿਸ਼ ਇੰਨੇ ਜ਼ੋਰ ਦੀ ਸ਼ੁਰੂ ਹੋ ਗਈ ਕਿ ਮੈਂ ਜਾ ਨਾ ਸਕਿਆ।
ਉਸੇ ਤਰ੍ਹਾਂ ਟੁੱਟੇ ਖੁੱਸੇ ਦਿਲ ਨਾਲ ਮੈਂ ਆਪਣਾ ਕੰਮ ਛੂ ਬੈਠਾ। ਬੇਤਹਾਸ਼ਾ ਮੀਂਹ ਪੈਣ ਦਾ ਇੱਕ ਲਾਭ ਵੀ ਹੋਇਆ ਕਿ ਕੱਲੋ ਅੱਜ ਸਵੇਰ ਤੋਂ ਵਿਖਾਲੀ ਨਾ ਦਿੱਤੀ। ਫਿਰ ਵੀ ਜਿੰਨਾ ਚਿਰ ਮੈਂ ਲਿਖਦਾ ਰਿਹਾ, ਇਹੋ ਸਹਿਮ ਦਿਲ ਵਿੱਚ ਬਣਿਆ ਰਿਹਾ ਕਿ ਹੁਣ ਵੀ ਆਈ, ਹੁਣ ਵੀ ਆਈ। ਗੁਆਂਢੋਂ ਜੇ ਕਿਸੇ ਜਨਾਨੀ ਦੀ ਉੱਚੀ ਬੋਲਣ ਦੀ ਆਵਾਜ਼ ਸੁਣਦੀ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ, ਮਤੇ ਉਹ ਆ ਗਈ ਹੋਵੇ। ਸ਼ਾਮੀ ਕੰਮ ਤੋਂ ਵਾਪਸ ਆਉਂਦਾ ਹੋਇਆ ਮੇਰਾ ਦੋਸਤ ਕੁਝ ਅੰਬ ਖਰੀਦ ਕੇ ਮੇਰੇ ਲਈ ਲਿਆਇਆ ਸੀ। ਅੱਜ ਦਿਲ ਕਾਫੀ ਖੁਸ਼ ਸੀ। ਇੱਕ ਤਾਂ ਮੌਸਮ ਚੰਗਾ ਹੋਣ ਕਰਕੇ, ਦੂਜੇ ਕੱਲੋ ਦੇ ਨਾ ਆਉਣ ਕਰਕੇ। ਅੱਜ ਕੰਮ ਦੀ ਵੀ ਅੱਛੀ ਖਾਸੀ ਝੁੱਟੀ ਲੱਗ ਗਈ ਸੀ। ਦੁਪਹਿਰ ਵੇਲੇ ਜਦ ਮੀਂਹ ਦਾ ਜ਼ੋਰ ਹਟ ਕੇ ਮਹੀਨ ਭੂਰ ਪੈ ਰਹੀ ਸੀ, ਮੈਂ ਬਰਾਂਡੇ ਵਿੱਚ ਕੈਨਵਸ ਦੀ ਆਰਾਮ ਕੁਰਸੀ ਢਾਹ ਕੇ ਅੰਬਾਂ ਵਾਲੀ ਬਾਲਟੀ ਆਪਣੇ ਲਾਗੇ ਰੱਖ ਕੇ ਬੜੇ ਸਵਾਦ ਨਾਲ ਅੰਬ ਚੂਪਣ ਲੱਗ ਪਿਆ। 5-7 ਹੀ ਅੰਬ ਮੁਕਾਏ ਸੀ ਕਿ ਮੇਰੇ ਸਿਰ ਤੇ ਬਿਜਲੀ ਆਣ ਕੜਕੀ। ਆਕਾਸ਼ ਵਿੱਚੋਂ ਨਹੀਂ, ਧਰਤੀ ਤੋਂ ਇੱਕ ਕੁਰਖਤ ਫਿਟਕਾਰ ਕੰਨਾਂ ਨਾਲ ਟਕਰਾਈ। सरदार, तुम्हें दिखाई नहीं देता? तमाम कचरा बखेर दिया तुमने। दरोगा देखेगा तो हमारे कांठ ईंट लेगा। मैं कंब उठिया, कुछ कल्लो दी कड़क सुन के ते कुछ अपनी मूर्खता दा ख्याल करके। सचमुच मैं अंब चूप के छिल्लां ते गिटका इंज बेपरवाही नाल सुट्टी जा रहा सी जिवें अपना ही राज हुंदा है। मैनू हत्थां पैरां दी पै गई। खबरे ये मेरे नाल की बाब करेगी, खबरे किन्नियां कुछ सलवातां सुनाएगी। बहुता डर इस गल दा सी कि कोई गुआंढी मेरी दुर्गत हुंदी ना वेख लवे। मैं झटपट कुर्सी तो उठिया ते यह कहंदा होया गिटकां छिलड़ां कट्ठियां करन लग पिया। ओ बड़ी भूल हुई बहन, मुआफ करना, परदेसी हूँ, ख्याल नहीं रहा, फिर ऐसी भूल नहीं करूँगा। मेरा ख्याल सी कि अपने सुभाव अनुसार वह मेरे उत्ते काफ़ी वरेगी, पर देख के मैं हैरान रह गया कि उसने बुल तो बुल ना चुक्या। ते जदों मैं अद्धियां को छिलड़ा समेट चुका तो बोली, तुम रहने दो सरदार, मैं उठाई लेती हूँ। मैं हट गया ते बाल्टी विच हथ धोन लगा। उसने अपने झाड़ू नाल गिटकां छिलड़ा हूंज लियां, बूहे दा अग्गा भी साफ कर दिता ते सब कुछ छाबे विच पा के चलदी बनी। मैनू इत्मीनान दा साह आया। शुक्र है बला टली। मैं अंबां वल्लों वेला हो के मुड़ अपने काम जुट पिया। मींह दे जोर करके उस दिन भी मैं थां बदल ना सकिया। दूसरे दिन जदों कल्लो आई तो सब तो पहला उसने मेरे घर दा अग्गा साफ किया। नाली जिस दी गिलाजत नूं मींह दा पानी भी दूर नहीं सी कर सकिया, उसने खरोच के साफ करनी शुरू कर दिती। ते इस कम्मों वेली हो के मेरे लागे जिथे मैं बैठा लिख रहा सी आके पुछन लगी, दादा भीतर कूड़ा हो तो बाहर फेंक दो, मैं ले जाऊं। नहीं है कह के मैं मूँह ध्यान अपने कम लगा रहा। उसदे वाक विचले दादा शब्द ने मैनू जरा को औखिया किया कि यह अपने आप नूं मेरी पोती दी उम्र दा ख्याल कर रही है कि 40 वरियां दी उम्रे कोई अपने आप नूं किसी मुटियार दा दादा अखवाना बर्दाश्त कर सकदा है। सदा तो उल्ट मैं उस दिन कल्लो दे सुभाव विच एक तब्दीली वेखी। अज उसने ना तो किसी मुहल्ले वाली नाल आडा लाया, ना ही जवाब विच उसनूं किसी ने औंतरी निखसमी कहा। पैड दा वरका पाड़ के रखन लग्गिया मेरी नज़र बूहे वाल मुड़ी। मेरा ख्याल सी कि वह काम करके चली गई होवेगी, पर उसनूं मैं बूहे दी कंध लागे खड़ी वेख्या। झाड़ू छाबा उसने परा एक दरखत दे मुੱਢ नाल खड़े कर दिते सी ते आप ਉਹ मेरे लिखे हुए वरकियां उत्ते नीच लाई खड़ी सी। मैं सोचिया शायद कल वाले काम दी मजदूरी मंगण लई खड़ी है। हथ जेब विच पा के मैं कोई सब तो छोटा सिक्का पोटियां नाल टटोलन लगा। हथ बाहर निकलन तो पहला ही उसने मेरे उत्ते सवाल किया, ये क्या लिखते हो दादा? ऐसे ही कुछ लिखता हूँ। खड़ा छुड़ान दे ख्यालों मैं एक आना उस वल सुट दिया कहा, ले रहने दो दादा कह के उसने आना जिथे मैं सुटिया सी उत्थे ही पिया रहन दिता।
केवल एक वारी उस वल तक के उसने नज़र हटा ली। कितनी लालचन है, दिल विच कुड़ रहा सी कि इन्ने को काम की मजदूरी एक आना थोड़ी है। पर मैं मूहों उसनों इस डरों कुछ ना कहा कि बते गले का हार ना बन जे। एक आना होर कढ़ के मैं उस वल सुट्टिया। उसने उसे लापरवाही नाल दूसरे आने वल तकिया ते बोली, नहीं लूंगी। अरे तो क्या तुम्हें रुपया चाहिए इतने से काम के लिए? मैं तैश विच आके इन्नी गल कह ता गया, पर ज्यों ही उसके चेहरे उत्ते डूंगी नज़र सुट्टी कि मैनू शर्मशार होना पिया। मेरा वस हुंदा तां अपने कहे हुए शब्दां नूं मुड़ निगल जांदा। कल्लो दे चेहरे उत्ते लोभ दा कोई चिन्ह नहीं सी, ना ही गुस्से दी कोई लकीर। मेरियां पछातियां हुईयां त्यूड़ियां भी उसदे मत्थे उत्ते नहीं सन। मैनू इउं जापिया जिवें कल्लो दे नक्शां उत्ते अज कोई अनोखा जिहा हुसन निखरदा आ रहा है, कोई दिलकश जी खिच, कोई निग्गी ते मिठी जी चमक। क्यों नहीं लेती कल्लो? मेरे वाक विच बेख्याले ही लचक जी आ गई। जवाब विच झटपट कुछ ना कह सकी। बोलन तो पहला उसदे होठां विच ते एक तबस्सम जिहा लिशकिया। अखां दीयां पलकां उस दियां किसे सुखावें जे भार दियां थोड़ियां जिहां नीवियां जापियां। उस दियां गल्लां उत्ते एक तरह पखार जिहा पैदा होया। संगदियां रुकदियां जिवें चित्थ के उसदे मूँहों निकलिया, तुमने कल मुझे बहन जो कहा था। सुन के मैं हक्का बक्का रह गया। एक अत औखे सवाल दा हल जिसनूं मैं कईयां दिनां तो सोच रहा सा मेरे सामने सी। कल्लो जिसनूं मैं हुण तक कला दी मूरत ते कलेस दी रूह समझदा रहा सा, उस दे इस निक्के जे वाक ने जिवें सारी दी सारी कल्लो मेरे सामने बदल दिती। मेरी नफरत प्यार विच वट गई। कल्लो दा घृणत चेहरा मैनू सोहना दिखाई देन लगा। पैड ते कलम रख दिते ते एक वारी होर मैं उस वल तकिया। कल्लो दे नक्शां विचों हुसन ते प्यार दियां छुआवां उठ के आले दुआले नूं रुशना रहीआं सन। मींह इस वेले काफ़ी तेज़ हो गया सी ते वाछड़ दा रुख इसे पासे सी। कल्लो उसे तरह मींह विच खड़ी भीज रही सी। मैं उसनूं कहा, जरा भीतर आ जा कल्लो, तुम भीग रही हो। उसने पूरे भरोसे ते अपनात भरी नज़र नाल एक बारी मेरे वाल तकिया ते फिर अपने भिजे हुए शरीर वाल ते बोली, कोई बात नहीं दादा, हम लोग तो इसी तरह भीगा करते हैं। अच्छा जाती हूँ, अभी बहुत काम करना है। जबानों तक कल्लो ने कह दिता कि जाती हूँ, पर मैं उसके चेहरे तो कुछ होर पढ़ रहा सी। वो बिना मेरे नाल कुछ गल्लां कीते जाना नहीं सी चाहुंदी। मैं जरा दाइये भरे रौं विच उसनूं कहा, थोड़ी देर के लिए छत के नीचे हो जा पगली, बारिश कम हो जाए तो चली जाना। अंदर आउण दी उसदी सलाह है सी, पर किसी संग ने उसनूं रोकिया होया सी। खिलरे हुए भांडे टिंडे तक के वो बोली, पर यहाँ तो तुम रोटी बनाते हो। अते नाल ही उसके कदमां विच हरकत आ गई। वो बड़ी चौकसी नाल अपने आप नूं समेट सुकेड़ के केवल दहलीज ही टप्पी। कहाँ की रहने वाली हो कल्लो? बंगाल की। अरे तुम लोग इतनी दूर चले आए, उधर तुम्हें काम नहीं मिलता था क्या? भगवान की इच्छा है दादा, जहाँ पर रोजी बनी होती है वहीं पर जाना होता है। उसके मूँहों यह घड़ी मुड़ी जेड़ा दादा शब्द मैं अपने संबोधन विच सुन के कचीचियां वटदा सी, इसदा भेद झट ही मेरे उत्ते खुल गया। मैनू याद आ गया कि बंगला बोली विच वड्डे भरा नूं दादा कह के बुलाया जाता है। टुट्टी भज्जी बंगला मैं भी जानदा हाँ। मैं सोच रहा सा प्यार दी किड्डी भुख है इस कुड़ी दे अंदर, ते शायद इसे चीज़ की अप्राप्ति ने इसके सुभाव विच हिंसा ते नफरत भर दिती है। नफरत की दुनिया विच यह जम्मी ते तिरस्कार की खुराक पा के पली है। बेचारी सारा दिन लोगों की गंदगी ढोंदी है, पर बदले विच
ਇਸ ਨੂੰ ਮਿਲਦਾ ਹੈ ਕੀ ਹੈ? ਗਾਲਾਂ, ਝਿੜਕਾਂ ਤੇ ਕਦੀ-ਕਦੀ ਛਿੱਤਰ ਪੋਲਾ ਵੀ। ਮਾਨੋ ਕੱਲੋ ਲਈ ਇਹ ਜ਼ਿੰਦਗੀ ਨਫ਼ਰਤ ਦਾ ਹੀ ਦੂਸਰਾ ਨਾਂ ਹੈ। ਦੁਨੀਆ ਇਸ ਨੂੰ ਨਫ਼ਰਤ ਕਰਦੀ ਹੈ ਤੇ ਇਹ ਦੁਨੀਆ ਨੂੰ। ਪਰ ਇੰਨਾ ਹੋਣ ਤੇ ਵੀ ਕੀ ਪਿਆਰ ਦੀ ਭੁੱਖ ਇਸ ਦੀ ਮਰ ਗਈ? ਸ਼ਾਇਦ ਨਹੀਂ। ਇਹ ਦੁਨੀਆ ਕਿਤਨੀ ਨਾਦਾਨ, ਕਿਤਨੀ ਬੇਸਮਝ ਤੇ ਕੰਜੂਸ ਹੈ ਕਿ ਚਾਰ ਮਿੱਠੇ ਬੋਲ ਜਿਨ੍ਹਾਂ ਉੱਤੇ ਕਿਸੇ ਦਾ ਕੁਝ ਵੀ ਮੁੱਲ ਨਹੀਂ ਲੱਗਦਾ, ਨਾ ਦੇ ਕੇ ਇਹ ਅਣਗਿਣਤ ਜੀਆਂ ਨੂੰ ਆਦਮੀ ਤੋਂ ਪਸ਼ੂ ਬਣਾ ਦਿੰਦੀ ਹੈ। ਕੱਲੋ ਜਿਹੜੀ ਹਰ ਕਿਸੇ ਨੂੰ ਨਫ਼ਰਤ ਕਰਦੀ ਹੈ, ਜਦ ਕਿ ਉਸਦੇ ਸੀਨੇ ਵਿੱਚ ਇਤਨਾ ਕੋਮਲ, ਇਤਨਾ ਨਿੱਘਾ ਦਿਲ ਮੌਜੂਦ ਹੈ ਕਿ ਇਸੇ ਕਰਕੇ ਦੁਨੀਆ ਨੇ ਉਸ ਨੂੰ ਨਿਗੂਣੇ ਚੌਂ ਮਿੱਠੇ ਬੋਲਾਂ ਤੋਂ ਵਾਂਝਿਆ ਰੱਖਿਆ ਹੈ। ਕੱਲੋ ਜਿਹੜੀ ਕਿਸੇ ਅਜਨਬੀ ਦੇ ਕਹੇ ਹੋਏ ਹੀ ਝੂਠੀ ਮੁੱਠੀ ਦੇ ਭੈਣ ਸ਼ਬਦ ਨੂੰ ਇਤਨੇ ਸਤਿਕਾਰ ਨਾਲ ਦਿਲ ਦੀ ਪਟਾਰੀ ਵਿੱਚ ਸਾਂਭ ਕੇ ਰੱਖ ਸਕਦੀ ਹੈ ਕਿ ਇਹ ਨਫ਼ਰਤ ਦੀ ਹੱਕਦਾਰ ਹੈ। ਕਾਸ਼ ਦੁਨੀਆ ਵਾਲੇ ਕਦੀ ਅੱਖਾਂ ਖੋਲ ਕੇ ਤੱਕ ਸਕਦੇ। ਉਹ ਦਹਲੀਜ਼ ਅੰਦਰ ਹੋ ਜਾਣ ਤੇ ਵੀ ਵਾਛੜ ਦੀ ਮਾਰ ਤੋਂ ਬਚ ਨਾ ਸਕੀ। ਮੈਂ ਜਦ ਉਸਨੂੰ ਇੱਕ ਵਾਰੀ ਫੇਰ ਅੰਦਰ ਆਉਣ ਲਈ ਕਿਹਾ ਤਾਂ ਬੋਲੀ, ਪਰ भीतर तो तुम्हारे बर्तन पड़े हैं दादा। तो क्या हर्ज है? बर्तन किसी दूसरे के नहीं, तुम्हारे दादा के ही तो पड़े हैं। ਜਾਪਦਾ ਸੀ ਜਿਵੇਂ ਮੇਰਾ ਇਹ ਵਾਕ ਸੁਣ ਕੇ ਕੱਲੋ ਇੱਕ ਵਾਰੀ ਕਿਸੇ ਮਿਠਾਸ ਦੀ ਡੂੰਘਾਈ ਵਿੱਚ ਗੁਆਚ ਗਈ। ਉਹ ਅੰਦਰ ਲੰਘ ਆਈ, ਪਰ ਸ਼ਾਇਦ ਉਸਨੂੰ ਡਰ ਸੀ ਮਤੇ ਉਸਦੇ ਕੱਪੜਿਆਂ ਵਿੱਚੋਂ ਚੋ ਰਹੇ ਪਾਣੀ ਨਾਲ ਕਮਰੇ ਦਾ ਫਰਸ਼ ਗਿੱਲਾ ਹੋ ਜਾਵੇਗਾ। ਉਹ ਥੋੜੀ ਥੋੜੀ ਕੰਬ ਰਹੀ ਸੀ। ਮੇਰਾ ਦਿਲ ਚਾਹਿਆ ਕਿ ਬਿਸਤਰੇ ਤੋਂ ਕੰਬਲ ਚੁੱਕ ਕੇ ਉਸਦੇ ਮੋਢਿਆਂ ਤੇ ਸੁੱਟ ਦਿਆਂ, ਪਰ ਇਤਨੀ ਫਰਾਖ ਦਿਲੀ ਮੈਂ ਵਿਖਾ ਨਾ ਸਕਿਆ। ਕੰਬਲ ਦੇ ਭਿੱਜ ਜਾਣ ਦੇ ਖਿਆਲੋਂ, ਅਥਵਾ ਇਸ ਖਿਆਲੋਂ ਕਿ ਕੱਲੋ ਦੇ ਗਲੀਜ਼ ਕੱਪੜਿਆਂ ਨਾਲ ਛੂ ਕੇ ਗਿੱਲਾ ਹੋ ਜਾਵੇਗਾ। ਕੇਵਲ ਮੈਂ ਇਤਨਾ ਹੀ ਕਰ ਸਕਿਆ ਕਿ 1-2-4 ਵਾਰੀ ਕਹਿ ਕੇ ਉਸਨੂੰ ਦਲੀਜ਼ ਤੋਂ ਇਤਨਾ ਅੰਦਰ ਸੱਦ ਲਿਆ ਕਿ ਵਾਛੜ ਤੋਂ ਉਹ ਸੁਰੱਖਿਅਤ ਸੀ। ਬਾਹਾਂ ਹਿੱਕ ਨਾਲ लाई वो कंबदी हुई मैनू पूछन लगी, तुम कहाँ रहते हो दादा? अमृतसर में। यहाँ कितने दिन ठहरोगे? ठहरना तो कुछ ज़्यादा दिन है, पर इस मकान से शायद कल ही चला जाऊँगा। क्यों? यहाँ पर शोर बहुत रहता है, लिखने में तकलीफ़ होती है। कुछ चिर वो चुप रही, कुछ सोचती रही, ते फिर मेरे वर्कियां वाल तक के पूछन लगी, ये तुम क्या लिखा करते हो दादा? किताबें लिखता हूँ, पर किताब के हर्फ तो और तरह के होते हैं, छोटे छोटे साफ साफ। ये भी वैसे ही बन जाएंगे मशीन में डालने से। हाँ, मेरा मामू कहत रहा कि एक मशीन होती है जिसमें किताब छापी जाती है, उसी में ये भी छापी जाएगी। अमृतसर में ऐसी मशीनें हैं और कागज़ भी उसी मशीन में बन जाता है। हाँ, सब उसी में बन जाता है। ऐसी मशीन? तुम पढ़ना जानती हो कल्लो? नहीं दादा, हम लोग नहीं पढ़ा करते। मेरा एक ठो चचेरा भाई रहा, उसने अंग्रेज़ी पढ़ी थी और फिर वो क्रिस्टान बन गया। अच्छा दादा, अमृतसर में भी पानी पड़ता है? हाँ पड़ता है, पर बहुत नहीं। वहाँ तुम्हारा कौन कौन है दादा? औरत है, बच्चे हैं। कैठो? कितने बच्चे हैं? 3 लड़के हैं। हाँ, और लड़की? लड़के कोई नहीं। तब तो भागवान हो दादा। इसमें भाग की क्या बात रही? अरे दादा, लड़की जिसके घर में ना हो वो भागवान तो होगा ही। मेरी 4 बहनें हैं और भाई एक भी नहीं है। माँ बाप बेचारे हर वक्त। ते गल करती करती वो बाहर वाल तक के चुप हो गई। मी ठहर चुका सी। वो बोली, अच्छा दादा, पानी थम गया, अब जाऊंगी, बहुत काम करना है। उसने बाहर निकल के झाड़ू छाबा दरखत नालों चुक्या ते मुहल्ले विच तो बाहर निकल गई। वो दोवें किंगरे दा सिक्के ਜਿਹੜੇ मैं उस ਵੱਲ ਸੁੱਟੇ ਸਨ ਉੱਥੇ ਪਏ ਰਹੇ। ਮੁੜ ਮੈਨੂੰ ਥਾਂ ਬਦਲਣ ਦੀ ਲੋੜ ਨਹੀਂ ਪਈ। ਉਸ ਤੋਂ ਬਾਅਦ ਜਿੰਨੇ ਦਿਨ ਮੈਂ ਉੱਥੇ ਰਿਹਾ ਬੜੇ ਆਰਾਮ ਨਾਲ ਬੀਤੇ। ਮੇਰੇ ਕੰਮ ਵਿੱਚ ਕੋਈ ਵਿਘਨ ਨਹੀਂ ਪਿਆ। ਕੱਲੋ ਆਪਣੇ ਨਿਯਤ ਵਕਤ ਸਿਰ ਆਉਂਦੀ, ਮਹੱਲਾ ਸੰਭਰਦੀ, ਘਰਾਂ ਦੀ ਸਫਾਈ ਕਰਦੀ ਤੇ ਜਾਣ ਤੋਂ ਪਹਿਲਾਂ 2 ਘੜੀਆਂ ਮੇਰੇ ਕੋਲ ਠਹਿਰਦੀ।
ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਤੇ ਫਿਰ ਚਲੀ ਜਾਂਦੀ। ਉਹੀ ਕੱਲੋ ਜਿਹੜੀ ਪਹਿਲਾਂ ਤੂਫਾਨ ਮੇਲ ਬਣੀ ਰਹਿੰਦੀ ਸੀ, ਹੁਣ ਅੱਖ ਵਿੱਚ ਭਾਈ ਨਹੀਂ ਸੀ ਥਿੜਕਦੀ। ਜੋ ਕੁਝ ਵੀ ਉਸਨੂੰ ਕਹਿੰਦਾ ਬਿਨਾਂ ਕੰਮ ਵਿੜਕਿਆਂ ਕਰਨ ਲੱਗ ਜਾਂਦੀ। ਕੀ ਮਜ਼ਾਲ ਜੇ ਅਲਫੋਂ ਬੇ ਕਹਿ ਜਾਵੇ। ਇੱਥੋਂ ਤੱਕ ਕਿ ਜੇ ਮਹੱਲੇ ਵਿੱਚ ਬਾਲਾਂ ਨੂੰ ਰੌਲਾ ਪਾਉਂਦਿਆਂ ਵੇਖਦੀ ਤਾਂ ਝੱਟ ਪਿਆਰ ਨਾਲ ਕਹਿਣ ਲੱਗ ਪੈਂਦੀ, शोर मत करो नन्हे, उधर सरदार बाबू लिख रहे हैं, खफा होंगे। नावल का काम सफलता नाल सिरे चढ़ गया ते जिन्ने दिन रहन दा मेरा टीचा सी पूरा हो गया। मैं वापस जान दी तैयारी करन लगा। टुरन तो पहले दिन का जिक्र है। कल्लो काम कर तो वेली होके जद मेरे पास खड़ोती तो मैं उसनू कहा, कल हम चले जाएंगे कल्लो। रानी, चले जाएंगे दादा? उसने घबरा के कहा, जिवें किसी बहुत ही नज़दीकी रिश्तेदार नूं कहीदा है, ते अपने इस कहन ढंग तो जिवें आप ही कुछ कच्ची हो गई। फिर गंभीरता विच बोली, इतनी जल्दी क्यों जा रहे हो दादा? जल्दी कहाँ, 1 महीने के करीब हो गया कल्लो। फिर कब आऊँगे? भगवान ने चाहा तो दूसरे साल। वो काफ़ी चिर चुपचाप खड़ोती रही। उसके चेहरे तो मैं ना जान सकिया कि की सोच रही है। जरा इधर आना कल्लो। मैं जेब विच हथ पांदिया उसनू कहा ते वो बिना हिचकिचाहट मेरे पास आ खड़ोती। मैं उस वेले मंजे ते बैठा सा। जेब चो 1 रुपया कढ़ के उसदे हथ ते धरिया ते उसदे सिर ते हथ फेरिया। उसने 1 वेरा मोड़न दा यतन किया, पर जब मेरे मुँहों उसने सुनिया अपने दादा को नाराज़ करोगी, तो उसने प्रसन्नता नाल इसनू रख लिया। दूसरे दिन सवेरे मेरा मित्र अपने वक्त सिर मैनू फतेह बुला के काम ते चला गया। मैं समान बन्नण विच रुझ गया, पर मेरा ध्यान मेरा बराबर महल्ले दे सिरे वाल सी। जान तो पहला होर 1 वारी कल्लो नूं मिलण दी डाढी ही तांग सी। मेरा विश्वास सी कि वह आवेगी। मोटर का वक्त हो गया, पर कल्लो ना आई। दिल नूं निराशा हुई। छेकड़ कुली पासों समान चुकवा के मैं अड्डे जा पहुंचिया, पर नज़र मेरी अजे भी सड़क के दोहां सिरियां ते एक फिरदी हुई कल्लो दी भाल कर रही सी। जिउं जिउं मोटर तुरन दा वक्त नेड़े आई जांदा, मेरे दिल दी बेरामी वधदी जांदी। मैनू अजे भी उम्मीद सी कि कल्लो आवेगी, पर वो ना आई। क्लीनर ने वाउचर कटवाया, ड्राइवर ने ताकी खोली ते अपनी सीट ते आ बैठा। भावें कल्लो दे आउण दी हुण मैनू कोई आस नहीं सी, फिर भी मैं तद तक बाहर ही खड़ोता रहा जद तक ड्राइवर ने सवारियां नूं सद्दण लई हार्न ना वजा दिता। मैं ढिले ढिले कदमी बारी वल मुड़िया ते अंदर लंघ के अपनी सीट ते जा बैठा। ड्राइवर की पिठ पिछे मेरी सीट सी। ज्यों ही इंजन स्टार्ट होया, कल्लो मेरी नज़री पई। उसने सिर ते एक लम्मी टोकरी चुकी हुई सी ते बड़ी औखी होके सारा जोर ला के मोटर वाल भज्जी आ रही सी। मिस्टर ड्राइवर, जरा 1 मिनट, बड़ी मेहरबानी। मैं मिन्नत की ते नेक ड्राइवर मन गया। मैं छलांग मार के हेठां उतरिया। पूरी तेजी नाल दौड़ के मैं कल्लो नूं अगलवांडे जा मिलिया ते उस पासों छिक्कू फड़ लिया। मुझे देर हो गई दादा। साह नाल साह मिलन की कोशिश करती हुई कल्लो बोली, ये थोड़े आम लाई हूँ अपनी भावज के लिए। इन्हें तो लोगे दादा, अपनी कसम, मैंने इनको छुआ तक नहीं है। तो वो मेरे वाल इस तरह तकी जिवें अपनी भावनावां दी प्रवानगी चाह रही हो। क्यों नहीं लूँगा रानी? मैं बड़े प्यार नाल उसका सिर पलोसता होया मोटर वाल जा रहा सी। अगर तुम ये ना लाती तो मैं तुम पर बहुत नाराज होता। कल्लो खिड़ गई। उसके चेहरे ते ना संभाले जा सकन वाले खुशी दे भाव सन। तुम कितने अच्छे हो दादा, मुझे तो बहुत फिक्र था, जाने दादा लेंगे या नहीं। हार्न फेर वज्जिया, जिहड़ा केवल मैनू ही सद्दण लई सी। टोकरी मैं छत ते रखवा दित्ती ते अंदर बैठन तो पहला अपनी उस प्यार दी देवी नूं, अच्छा कल्लो बहन, हम फिर मिलेंगे कह के
ਉਸ ਬੱਸ ਦੀ ਬਾਰੀ ਵੱਲ ਮੁੜ ਪਰਤ ਗਿਆ। ਪਰਤ ਕੇ ਦੇਖਿਆ ਤਾਂ ਕੱਲੋ ਭਰਾ ਦੇ ਪਿਆਰ ਵਿੱਚ ਭਿੱਜੀ ਅਹਿੱਲ ਖੜੀ ਬੱਸ ਵੱਲ ਦੇਖ ਰਹੀ ਸੀ। ਹਾਂਜੀ ਪਿਆਰੇ ਬੱਚਿਓ, ਆਪਾਂ ਪੜ੍ਹਿਆ ਅਤੇ ਸਿੱਖਿਆ ਕਿ ਲੇਖਕ ਦੀ ਕੱਲੋ ਨਾਲ ਪ੍ਰਗਟਾਈ ਡੂੰਘੀ ਹਮਦਰਦੀ ਮਾਨਵੀ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ। ਸਾਨੂੰ ਕਿਸੇ ਵੀ ਮਨੁੱਖ ਦਾ ਉਸਦੇ ਕਿੱਤੇ ਕਰਕੇ ਤਿਰਸਕਾਰ ਨਹੀਂ ਕਰਨਾ ਚਾਹੀਦਾ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਪਿਆਰ ਅਤੇ ਅਪਣੱਤ ਭਰੇ ਬੋਲਾਂ ਨਾਲ ਕਿਸੇ ਦੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ। ਮੈਂ ਵੀ ਤੁਹਾਡੇ ਤੋਂ ਇਹੀ ਉਮੀਦ ਕਰਾਂਗੀ ਕਿ ਤੁਸੀਂ ਵੀ ਹਰੇਕ ਛੋਟੇ ਵੱਡੇ ਬੰਦੇ ਦਾ ਸਤਿਕਾਰ ਕਰਨਾ ਸਿੱਖੋ। ਧੰਨਵਾਦ।